सत श्री अकाल दोस्तों, नवे साल का आगाज़ हो चुका है। पंजाबियों का रंगला त्यौहार लोहड़ी मनाने की असी तैयारी कर रहे हैं। ये तो सब ही जानते हैं कि लोहड़ी का त्यौहार पंजाब के इतिहास और साडे सभ्याचार के नाल जुड़िया होया, पर शायद साडे विचों बहुत सारे लोग ये ना जानते होण कि आखिर असी लोहड़ी का त्यौहार मनाते क्यों है और किवें इस त्यौहार की शुरुआत हुई सी। लोहड़ी उत्ते गाया जाने वाला गीत सुंदर सुंदर ये हो, तेरा कौन विचारा हो, दुल्ला पट्टी वाला हो, दुल्ले धी व्याई हो, सेर शक्कर पाई हो, अते आवो नी आवो लोहड़ी आई, गावो नी गावो लोहड़ी आई, असी जे भैणां ओदियां दुल्ला साडा भाई। इन्हां गीतां दे विच जिक्र हुंदा है दुल्ला पट्टी दा। आओ तुहानूं दसदे हां दुल्ला पट्टी कौन सी अते लोहड़ी दे नाल दुल्ले दा की संबंध है। चढ़दे वरे पंजाबियों का रंगला त्यौहार लोहड़ी दस्तक दिंदा है। हट्टियां पट्टियां ते सुंदर सुंदरीए हो दियां हेकां गूंजदियां ने। बसंत दी आमद भी मिठा जिहा सुनेहा दिंदी है। नाल ही चेतियां दे विच उभरदा है नाबरी दा प्रतीक दुल्ला पट्टी। बाहर दी मिट्टी दा पुत, अणख अते स्वैमान दा झंडा बरदार, आज़ाद फिजा दे विच साह लैण वाला चोबर, पंजाब दा अपना रॉबिन हुड। राजवाड़ा शाही थर थर कंबदी सी दुल्ले दे नां तो। राय अब्दुल्ला खां पट्टी ने नगारे दे उत्ते डग्गा कादा मारिया, तमक सिद्धी शाही महलां दे नाल जा टकराई। खुली हवा दे विच चुंगियां भरन वाली विद्रोही रूह कदों किसे दा फतवा करदी है, मैं ढावां दिल्ली दे किंगरे ते करां लाहौर तबाह। पंजाब दी किसानी उत्ते गालब सरकारी तंत्र खिलाफ बगावत दी गुड़ती दुल्ले ने ही दिती सी। डर मुक गया ते झाका खुल गया। पंजाब दे चार मशहूर लोक नायकां जग्गा डाकू, जिउणा मोड़ अते सुच्चे सूरमे विचों दुल्ला पट्टी सब तो पहला होया। तकरीबन पौने 5 सदियां तो समय दी हिक दे उत्ते उसदा नां उकरिया होया। लैंदे पंजाब नामी ਸਾਹਿਤਕਾਰ इलियास घुम्मन दुल्ले नूं उदरेवें नाल याद करदा है। दुल्ला पट्टी पंजाब दी अणख दा रूप स्वरूप है। ਉਹ ਸਾਨੂੰ ਸਾਡੇ ਅਸਲੇ ਦੀ ਦੱਸ ਪਾਉਂਦਾ ਹੈ, ਸਾਡੀ ਪਛਾਣ ਕਰਾਂਦਾ ਹੈ। ਉਹ ਸਿੰਜਾਨ ਜਿਹਨੂੰ ਅਸੀਂ ਭੁਲਾ ਬੈਠੇ ਸਾਂ। ਜਾਬਾਜ਼ ਯੋਧੇ ਹਮੇਸ਼ਾ ਹੀ ਲੋਕ ਮਨਾਂ ਦੇ ਵਿੱਚ ਵਸਦੇ ਨੇ, ਚਾਹੇ ਉਹ ਜੈਮਲ ਫਤਿਹ ਹੋਵੇ, ਰਾਏ ਅਹਿਮਦ ਖਰਲ ਹੋਵੇ ਜਾਂ ਫਿਰ ਦੁੱਲਾ। ਮੰਗੋਲੀਆ ਤੋਂ ਚੁਗੱਤੇ ਰਾਜ ਦੀ ਗੱਲ ਤੁਰੀ, ਲਾਹੌਰ ਤੋਂ ਦਿੱਲੀ, ਆਗਰਾ ਤੇ ਧੁਰ ਦੱਖਣ ਜਾ ਪਹੁੰਚੀ। ਪਰ ਜੇ ਧਾੜਵੀਆਂ ਦੀ ਅੱਖ ਦੇ ਵਿੱਚ ਅੱਖ ਪਾਈ ਤਾਂ ਪੰਜਾਬ ਦੇ ਜਾਇਆਂ ਨੇ ਤੇ ਦੁੱਲਾ ਮੋਹਰੀ ਹੋ ਨਿਬੜਿਆ। ਤਖਤ ਲਾਹੌਰ ਨੂੰ ਭਾਜਣਾ ਪਾਉਣ ਵਾਲੇ ਇਸ ਸਿਰਲਥ ਸੂਰਮੇ ਦਾ ਜਨਮ ਰਾਵੀ ਅਤੇ ਚਨਾਬ ਦੇ ਵਿਚਕਾਰਲੇ ਇਲਾਕੇ ਸਾਂਦਲਬਾਰ ਦੇ ਵਿੱਚ 1547 ਈਸਵੀ ਦੇ ਵਿੱਚ ਹੋਇਆ। ਕੁਝ ਵਿਦਵਾਨਾਂ ਅਨੁਸਾਰ 1569 ਈਸਵੀ ਨੂੰ ਪਿਤਾ ਫਰੀਦ ਪੱਟੀ ਅਤੇ ਮਾਤਾ ਲੱਦੀ ਦੇ ਘਰ ਹੋਇਆ। ਮਨੌਤ ਹੈ ਕਿ ਤਕਰੀਬਨ 700 ਸਾਲ ਪਹਿਲਾਂ ਜੈਸਲਮੇਰ ਰਾਜਸਥਾਨ ਤੋਂ ਇੱਕ ਰਾਜਪੂਤ ਕਬੀਲਾ ਸਾਂਦਲਬਾਰ ਦੇ ਗਿਰਦ ਚੰਨਾ ਦੇ ਕੰਢੇ ਆ ਵਸਿਆ। ਇਲਾਕੇ ਦੇ ਮੋਹਤਬਰ ਸੇਰੂ ਹਜ਼ਰਾਂ ਦੀ ਇਜਾਜ਼ਤ ਦੇ ਨਾਲ ਪੱਟੀਆਂ ਦਾ ਇਸ ਖੇਤਰ ਦੇ ਵਿੱਚ ਪੱਕਾ ਟਿਕਾਣਾ ਬਣ ਗਿਆ। ਦਰਿਆ ਦੇ ਕੰਢੇ ਬਦਰ ਵਿਖੇ ਦੁੱਲੇ ਦਾ ਜਨਮ ਹੋਇਆ। ਥੋੜੇ ਚਿਰਾਂ ਬਾਅਦ ਇਹ ਪਿੰਡ ਚੰਨਾ ਬੁਰਦ ਹੋ ਗਿਆ ਤੇ ਇਹ ਪਰਿਵਾਰ ਰੋਹੀਵਾਲਾ ਖੂਹ ਦੇ ਉੱਤੇ ਆ ਵਸੇ, ਜਿਸ ਨੂੰ ਅੱਜ ਕੱਲ੍ਹ ਪਿੰਡ ਚੂਚਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇੱਕ ਰਵਾਇਤ ਦੱਸਦੀ ਹੈ ਕਿ ਬੀਬੀ ਲੱਦੀ ਬੇੜੀ ਰਾਹੀਂ ਦਰਿਆ ਪਾਰ ਕਰ ਰਹੀ ਸੀ ਜਦੋਂ ਦੁੱਲਾ ਜੰਮਿਆ। ਤਲਵਾਰ ਨੂੰ ਚੰਨਾ ਦੇ ਪਾਣੀ ਦੇ ਵਿੱਚ ਡੋਬ ਕੇ ਦੁੱਲੇ ਨੂੰ ਗੁੜਤੀ ਦਿੱਤੀ ਗਈ। ਕਵੀ ਗੁਰਭਜਨ ਗਿੱਲ ਦੀ ਕਲਮ ਤੋਂ ਸੂਰਮੇ ਨੂੰ ਸਿਜਦਾ। ਤਖਤ ਲਾਹੌਰ ਨੂੰ ਜਿਹੜਾ ਵੰਗਾਰ ਦਾ ਸੂਰਮਾ ਜਵਾਨ ਸੀ, ਉਹ ਦੁੱਲਾ ਬਾਰ ਦਾ। ਅਕਬਰ ਬਾਦਸ਼ਾਹ ਦਿੱਲੀ ਦਾ ਤਖਤਦਾਰ ਸੀ ਅਤੇ ਦੁੱਲੇ ਦਾ ਦਾਦਾ ਸਾਂਦਲ ਪੱਟੀ ਬਾਰ ਦਾ ਖੁਦ ਮੁਖਤਿਆਰ ਸੀ, ਜਿਸ ਨੂੰ ਮਾਲੀਆ ਦਿੰਦੇ ਸਨ।
पर अकबर ਦੇ ਫੈਸਲੇ ਦੇ ਉੱਤੇ ਲਗਾਨ ਦੀ ਦਰ ਮੁਕਰਰ ਕਰ ਦਿੱਤੀ ਗਈ, ਜਿਸ ਨੂੰ ਜ਼ਬਤੀ ਕਿਹਾ ਗਿਆ। ਜ਼ਿਮੀਂਦਾਰ ਅਤੇ ਨੰਬਰਦਾਰ ਨੂੰ ਲਗਾਨ ਦੀ ਵਸੂਲੀ ਕਰਕੇ ਦਰਬਾਰ ਦੇ ਵਿੱਚ ਜਮ੍ਹਾਂ ਕਰਾਉਣ ਦਾ ਹੁਕਮ ਚਾੜ ਦਿੱਤਾ ਗਿਆ। ਅਣਖਿਲੇ ਸਾਂਦਲ ਪੱਟੀ ਅਤੇ ਫਰੀਦ ਪੱਟੀ ਨੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦਿੱਲੀ, ਲਾਹੌਰ, ਪੇਸ਼ਾਵਰ ਅਤੇ ਕਾਬਲ ਜਾਣ ਦਾ ਰਸਤਾ ਪੱਟੀਆਂ ਦੇ ਵਿੱਚੋਂ ਲੰਘਦਾ ਸੀ। ਦੋਵਾਂ ਨੂੰ ਹੁਕਮ ਅਦੁੱਲੀ ਤੋਂ ਵਰਜਿਆ ਗਿਆ ਅਤੇ ਲਾਲਚ ਦਿੱਤੇ ਗਏ, ਪਰ ਸੂਰਮੇ ਕਦੋਂ ਡੋਲਣ ਵਾਲੇ ਸਨ। ਅੰਤ ਦੋਹਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਅਤੇ ਸਿਰ ਕਲਮ ਕਰਕੇ ਧੜਾ ਅੰਦਰ ਫੂਸ ਭਰ ਕੇ ਕਿਲੇ ਦੀ ਕੰਧ ਦੇ ਉੱਤੇ ਟੰਗ ਦਿੱਤਾ ਗਿਆ। ਦੁੱਲੇ ਦਾ ਜਨਮ ਆਪਣੇ ਪਿਤਾ ਦੀ ਮੌਤ ਤੋਂ 4 ਮਹੀਨੇ ਬਾਅਦ ਹੋਇਆ। ਸੰਯੋਗਵਸ ਅਕਬਰ ਦੇ ਘਰ ਵੀ ਪੁੱਤਰ ਨੇ ਜਨਮ ਲਿਆ। ਨਾਂ ਸ਼ੇਖੂ ਰੱਖਿਆ ਗਿਆ, ਜੋ ਕਿ ਮਗਰੋਂ ਜਹਾਂਗੀਰ ਬਾਦਸ਼ਾਹ ਬਣਿਆ। ਅਕਬਰ ਨੇ ਨਜੂਮੀਆਂ ਤੋਂ ਸ਼ੇਖੂ ਨੂੰ ਬਲਵਾਨ ਸੂਰਬੀਰ ਬਣਾਉਣ ਦੇ ਉਪਾਅ ਪੁੱਛੇ। ਉਹਨਾਂ ਕਿਸੇ ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਚੰਗਾਉਣ ਦੀ ਦੱਸ ਪਾਈ, ਜਿਸ ਨੇ ਸ਼ੇਖੂ ਦੇ ਜਨਮ ਸਮੇਂ ਹੀ ਬੱਚਾ ਜਨਮਿਆ ਹੋਵੇ। ਗੁਣਾ ਲੱਦੀ ਦੇ ਉੱਤੇ ਪਿਆ। ਸ਼ਾਹੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਦੁੱਲਾ ਅਤੇ ਸ਼ੇਖੂ ਇਕੱਠੇ ਪਲ ਗਏ। ਘੋੜਸਵਾਰੀ, ਨੇਜ਼ਾਬਾਜੀ, ਤੀਰਅੰਦਾਜ਼ੀ ਦੀ ਸਿੱਖਿਆ ਦਿੱਤੀ ਗਈ, ਪਰ ਦੁੱਲਾ ਹਰ ਖੇਤਰ ਦੇ ਵਿੱਚ ਸ਼ੇਖੂ ਨੂੰ ਮਾਤ ਪਾਉਂਦਾ ਸੀ। ਸ਼ਾਹੀ ਪਾਲਣ ਪੋਸ਼ਣ ਅਤੇ ਖੁੱਲ੍ਹਾ ਖਾਣ ਪੀਣ ਵਾਲੇ ਦੁੱਲੇ ਦੀਆਂ ਰਗਾਂ ਦੇ ਵਿੱਚ ਵਿਦਰੋਹੀ ਖੂਨ ਸੀ। ਮਸੀਤ ਪੜਨ ਗਏ ਤੇ ਮੌਲਵੀ ਕੁੱਟ ਸੁੱਟਿਆ। ਲੋਕਧਾਰਾ ਦੇ ਸਮਰੱਥ ਸਾਹਿਤਕਾਰ ਸੁਖਦੇਵ ਮਾਦਪੁਰੀ ਦਾ ਕਥਨ ਹੈ, ਕਿਸ਼ਨ ਸਿੰਘ ਆਰਫ ਰਚਿਤ ਕਿੱਸਾ ਦੁੱਲਾ ਪੱਟੀ ਅਤੇ ਪਾਲੀ ਸਿੰਘ ਕਵਿਸ਼ਰ ਰਚਿਤ ਆਵਜ਼ਾਂ ਦੁੱਲਾ ਪੱਟੀ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲੇ ਨੂੰ ਬਾਰੰਬਾਰ ਸਿਜਦਾ ਕਰਦੇ ਨੇ। ਦੁੱਲੇ ਦਾ ਪਹਿਲਾ ਹਥਿਆਰ ਗੁਲੇਲ ਸੀ, ਜਿਸ ਦੇ ਨਾਲ ਉਹ ਪਾਣੀ ਭਰ ਕੇ ਆਈਆਂ ਔਰਤਾਂ ਦੇ ਘੜੇ ਭੰਨ ਦਿੰਦਾ ਸੀ। ਲੱਦੀ ਦੇ ਕੋਲ ਨਿੱਤ ਉਲਾਂਬੇ ਆਂਦੇ, ਪਰ ਦੁੱਲਾ ਤਾਂ ਅਮੋੜ ਸੀ। ਕਹਿੰਦੇ ਨੇ ਇੱਕ ਦਿਨ ਦੁਖੀ ਹੋਈ ਨੰਦੀ ਮਰਾਸਨ ਨੇ ਮਿਹਣਾ ਮਾਰਿਆ, ਇੱਥੇ ਜ਼ੋਰ ਦਿਖਾਵਦਾ ਔਰਤਾਂ ਨੂੰ ਤੈਨੂੰ ਰੱਤੀ ਹਇਆ ਨਾ ਆਵਦਾ ਏ। ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ ਖੱਲਾ ਪੁੱਠੀਆਂ ਚਾਲ ਹਾਵਦਾ ਏ। ਦੁੱਲੇ ਦੇ ਦਿਲ ਦੇ ਉੱਤੇ ਡੂੰਗੀ ਚੋਟ ਵੱਜੀ। ਮਾਤਾ ਲੱਦੀ ਨੇ ਹੁਣ ਤੱਕ ਉਸ ਨੂੰ ਲੁਕਾ ਕੇ ਰੱਖੀ ਸੱਚਾਈ ਦੇ ਉੱਤੇ ਉਸ ਦੇ ਪਿਓ ਦਾਦੇ ਦੀ ਹੋਣੀ ਉਸ ਨੂੰ ਕਹਿ ਸੁਣਾਈ। ਦੁੱਲੇ ਦਾ ਖੂਨ ਖੌਲ ਉੱਠਿਆ। ਵਾਰ ਦੁੱਲੇ ਪੱਟੀ ਦੇ ਵਿੱਚ ਇਸ ਦਾ ਵਰਣਨ ਹੈ। ਦੁੱਲਾ ਮੁਖ ਬੋਲਦਾ ਮਾਤਾ ਨੂੰ ਕਰੇ ਠਕੋਰ, ਮੇਰਾ ਦੁੱਲਾ ਨਾਂ ਨਾ ਰੱਖ ਦਿਓ ਕੁਝ ਹੋਰ। 4 ਚੱਕ ਮੈਂ ਪੱਟੀ ਨੇ ਖਾਵਣੇ, ਦੇਣੇ ਸ਼ੱਕਰ ਵਾਂਗੂ ਭੋਰ। ਮਾਰਾਂ ਅਕਬਰ ਵਾਲੀਆਂ ਡਾਲੀਆਂ, ਤਦ ਜਾਣੀ ਦੁੱਲਾ ਰਾਠੌਰ। ਦੁੱਲੇ ਦੀ ਬਗਾਵਤ ਜਾਗ ਉੱਠੀ। ਅਕਬਰ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਹਥਿਆਰ ਇਕੱਠੇ ਕੀਤੇ, ਸਾਥੀਆਂ ਦੀ ਢਾਣੀ ਬਣਾਈ, ਜੰਗਲਾਂ ਨੂੰ ਛੁਪਣ ਗਾਹਾਂ ਬਣਾਇਆ ਤੇ ਨਗਾਰੇ ਦੇ ਉੱਤੇ ਚੋਟਲਾ ਬਾਦਸ਼ਾਹ ਨਾਲ ਜੰਗ ਦਾ ਐਲਾਨ ਕਰ ਦਿੱਤਾ। ਪਹਿਲਾ ਹੱਲਾ ਆਪਣਾ ਨਾਨਕੇ ਪਿੰਡ ਚਦੇੜਾਂ ਦੇ ਵਿੱਚ ਚੁਗਤੀਆਂ ਦੇ ਕਾਰਿੰਦਿਆਂ ਨੂੰ ਹੱਥ ਪਾ ਕੇ ਕੀਤਾ। ਮਾਲ ਡੰਗਰ ਘੋੜੇ ਲੁੱਟ ਕੇ ਗਰੀਬਾਂ ਦੇ ਵਿੱਚ ਵੰਡ ਦਿੱਤੇ। ਫਿਰ ਚੱਲ ਸੋ ਚੱਲ ਵਪਾਰੀ ਅਲੀ ਸੌਦਾਗਰ 500 ਘੋੜੇ ਲੈ ਕੇ ਸੁਲਤਾਨ ਨੂੰ ਦੇਣ ਕੰਧਾਰ ਤੋਂ ਲਾਹੌਰ ਜਾ ਰਿਹਾ ਸੀ। ਦੁੱਲੇ ਨੇ ਉਸਦੇ ਸਾਰੇ ਘੋੜੇ ਤਬੇਲੇ ਦੇ ਵਿੱਚੋਂ ਕੱਢ ਆਪਣੇ ਲੜਾਕੂ ਯੋਧਿਆਂ ਨੂੰ ਸੌਂਪ ਦਿੱਤੇ। ਅਗਲਾ ਨਿਸ਼ਾਨਾ ਸਿੱਧਾ ਖੱਤਰੀ ਬਣਿਆ, ਜੋ ਬਲਖ ਬੁਖਾਰੇ ਤੋਂ ਮਾਲ ਖੱਚਰਾਂ ਦੇ ਉੱਤੇ ਲੱਚ ਸ਼ਾਹੀ ਮਹਿਲਾਂ ਨੂੰ ਜਾ ਰਿਹਾ ਸੀ। ਬਾਪ ਦੀ ਮੌਤ ਮਗਰੋਂ ਜਿਹੜਾ ਲਗਾਨ ਲਾਹੌਰ ਦਰਬਾਰ ਜਾਣਾ ਸ਼ੁਰੂ ਹੋਇਆ ਸੀ, ਉਹ ਵੀ ਬੰਦ ਕਰ ਦਿੱਤਾ। ਹੁਣ ਸਿੱਧੀ ਟੱਕਰ ਸਲਤਨਤ ਨਾਲ ਸੀ। ਪੰਜਾਬ ਦੇ ਲੋਕ ਇਤਿਹਾਸਕਾਰ ਦੁੱਲੇ ਦੀ ਬਗਾਵਤ ਨੂੰ ਗੋੜ ਦੀਆਂ ਨਜ਼ਰਾਂ ਦੇ ਵਿੱਚ ਦੁੱਲਾ ਮੱਧਯੁਗੀ ਪੰਜਾਬ ਦੇ ਵਿੱਚ ਕਿਸਾਨੀ ਵਿਦਰੋਹ ਦਾ ਜਨਮਦਾਤਾ ਸੀ। ਉਸ ਦੇ ਤਾਨਾਸ਼ਾਹੀ ਵਿਰੋਧੀ ਵਿਦਰੋਹੀ ਸੁਭਾਅ ਨੇ ਰਿਸ਼ਤੇਦਾਰਾਂ ਦੀ ਮੌਤ ਦਾ ਬਦਲਾ ਲੈਣ ਦੇ ਸਾਧਨ ਚੱਜੋਂ ਨਹੀਂ, ਸਗੋਂ ਕੁਰਬਾਨੀਆਂ ਦੇ ਵਿਸ਼ਾਲ ਅਰਥਾਂ ਦੇ ਵਿੱਚ ਕਿਸਾਨੀ ਜਮਾਤੀ ਯੁੱਧ ਚੱਜੋਂ ਲਿਆ। ਲਗਭਗ 1.5 ਸਦੀ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾਈ ਝੰਡੇ ਹੇਠ ਕਿਸਾਨਾਂ ਨੂੰ ਜ਼ੁਲਮ ਜ਼ਬਤ ਤੋਂ ਨਿਜਾਤ ਦਿਵਾਉਣ ਦਾ ਰਾਹ ਚੁਣਿਆ। 1907 ਦੀ ਪਗੜੀ ਸੰਭਾਲ ਜੱਟਾ ਲਹਿਰ ਦੇ ਵਿੱਚ ਵੀ ਅਜੀਤ ਸਿੰਘ ਨੇ ਕਿਸਾਨੀ ਨੂੰ
ਹਕੂਮਤ ਦੇ ਨਾਬਰੀ ਰਾਹ ਤੋਂ ਤੋਰ ਕੇ ਜਬਰੀ ਵਸੂਲੀਆਂ ਨੂੰ ਵੰਗਾਰਿਆ। ਦੁੱਲੇ ਦੀ ਵਿਦਰੋਹੀ ਸੁਰ ਨੂੰ ਦਬਾਉਣ ਦੇ ਲਈ ਅਕਬਰ ਨੇ ਆਪਣੇ ਸਿਪਾਹ ਸਲਾਰ ਨੂੰ ਫੌਜ ਦੇ ਕੇ ਭੇਜਿਆ, ਪਰ ਦੁੱਲਾ ਤਾਂ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਸੀ। ਉਸਨੇ ਗੁਰੀਲਾ ਯੁੱਧ ਦੇ ਵਿੱਚ ਮਿਰਜ਼ਾ ਨਿਜ਼ਾਮੁਦੀਨ ਨੂੰ ਕਾਬੂ ਕਰ ਲਿਆ। ਅੰਤ ਧੋਖੇ ਨਾਲ ਦਾ ਖੇਡ ਕੇ ਦੁੱਲੇ ਨੂੰ ਬੰਦੀ ਬਣਾ ਲਾਹੌਰ ਦਰਬਾਰ ਲਿਜਾਇਆ ਗਿਆ। ਹੁਕਮਰਾਨਾਂ ਨੇ ਸਜ਼ਾਏ ਮੌਤ ਸੁਣਾਈ ਅਤੇ ਮੁਹੱਲਾ ਨਖਾਸ ਚੌਂਕ, ਜਿਸ ਨੂੰ ਲੰਡਾ ਬਾਜ਼ਾਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਉਸ ਦੇ ਵਿੱਚ ਫਾਂਸੀ ਦਿੱਤੀ। ਇਸ ਤਰ੍ਹਾਂ ਇਹ ਸਵੈਮਾਨੀ ਤੇ ਅਣਖੀ ਯੋਧਾ 26 ਮਾਰਚ 1599 ਨੂੰ ਸ਼ਹਾਦਤ ਦਾ ਜਾਮ ਪੀ ਗਿਆ। ਅੱਜ ਵੀ ਮਿਆਣੀ ਸਾਹਿਬ ਕਬਰਿਸਤਾਨ ਲਾਹੌਰ ਦੇ ਵਿੱਚ ਲੋਕਾਈ ਉਸ ਦੀ ਯਾਦ ਨੂੰ ਸਿਜਦਾ ਕਰਦੀ ਹੈ। ਲੋਹੜੀ ਦੇ ਉੱਤੇ ਦੁੱਲਾ ਅਨਿਖੜਵਾਂ ਅੰਗ ਹੈ। ਉਨੀ ਦਿਨੀ ਕਿਸੇ ਨੂੰ ਕੁਝ ਦਾਨ ਕਰਨ ਨੂੰ ਲੋਹੜੀ ਕਹਿੰਦੇ ਸਨ। ਲਾਹੌਰ ਵਸਦੇ ਪੰਜਾਬੀ ਕਹਾਣੀਕਾਰ ਨੈਣ ਸੁਖ, ਜਿਨ੍ਹਾਂ ਦਾ ਅਸਲ ਨਾਂ ਖਾਲਿਦ ਪਰਵੇਜ਼ ਸੀ, ਉਹਨਾਂ ਦੇ ਸ਼ਬਦ ਨੇ, ਲਾਹੌਰ ਦੇ ਵਿੱਚ ਜਿੱਥੇ ਦੁੱਲਾ ਤੇ ਅਖੌਤੀ ਅਛੂਤ ਕੁੜੀ ਭੈਣ ਭਰਾ ਬਣੇ, ਉਸ ਥਾਂ ਦਾਰਾ ਸ਼ਿਕੋ ਦੀ ਸੂਬੇਦਾਰੀ ਦੇ ਵਿੱਚ ਤਕੀਆ ਵਾਲਮੀਕੀਆ ਬਣਿਆ, ਜਿਹਦੇ ਵਿੱਚ ਅਖਾੜਾ ਘੁੰਮਿਆ। ਜਿਹੜਾ ਪਹਿਲਵਾਨ ਕਿਸੇ ਮੁਸਲਮਾਨ, ਹਿੰਦੂ ਤੇ ਸਿੱਖ ਰਈਸ ਦੇ ਪੁੱਤਰ ਨੂੰ ਹਰਾਂਦਾ ਹੈ, ਉਹਨੂੰ ਵਾਲਮੀਕੀ ਦੁੱਲਾ ਕਹਿੰਦੇ। ਪੋਹ ਦੀ 30 ਜਿਹੜੇ ਦਿਨ ਦੁੱਲੇ ਆਪਣੀ ਅਛੂਤ ਭੈਣ ਨੂੰ ਰੋਟੀ ਖਵਾਈ, ਉਹ ਲੋਹੜੀ ਦਾ ਦਿਹਾੜਾ ਬਣਿਆ। ਲੋਹੜੀ ਰਾਤ ਨੂੰ ਮੰਗ ਕੇ ਮਨਾਉਂਦੇ, ਜਿਨ੍ਹਾਂ ਲਾਹੌਰੋਂ ਨਿਕਲ ਕੇ ਮਾਝੇ ਦੇ ਦੁਆਬੇ ਤਾਈਂ ਪਸਰ ਗਿਆ। ਆਵੋ ਨੀ ਆਵੋ ਲੋਹੜੀ ਆਈ, ਗਾਵੋ ਨੀ ਗਾਵੋ ਲੋਹੜੀ ਆਈ, ਅਸੀਂ ਜੇ ਭੈਣਾਂ ਉਹਦੀਆਂ, ਦੁੱਲਾ ਸਾਡਾ ਭਾਈ। ਲੋਹੜੀ ਘੁੰਮਦੀ ਜਾ ਰਹੀ ਸੀ। ਲੋਹੜੀ ਦੇ ਅਗਲੇ ਦਿਨ ਦੀ ਪਹਿਲੀ ਨੂੰ ਪੰਜਾਬ ਦੇ ਹਿੰਦੂ ਮੰਦਰਾਂ 'ਚੋਂ ਨਵੇਂ ਦਿਹਾੜ ਭਾਗੀ ਦੀ ਵਧਾਈ। ਦੁੱਲਾ ਗਰੀਬਾਂ ਦਾ ਮਸੀਹਾ ਸੀ। ਲੋਕ ਮੱਤ ਹੈ ਕਿ ਸੁੰਦਰੀ ਤੇ ਮੁੰਦਰੀ ਦੋ ਜੋੜੀਆਂ ਭੈਣਾਂ ਕੂੜੇ ਡੂਮ ਦੀਆਂ ਧੀਆਂ ਪਟਿਆ ਇਲਾਕੇ ਦੀਆਂ ਰਹਿਣ ਵਾਲੀਆਂ ਸਨ। ਜੰਮਦਿਆਂ ਦੀ ਮਾਂ ਮਰ ਗਈ, ਚਾਚੀ ਨੇ ਪਾਲਿਆ। ਉਹਨਾਂ ਦੇ ਹੁਸਨ ਦੀ ਤਾਰੀਫ ਕਿਲਾ ਸ਼ੇਖੂਪੁਰਾ ਦੇ ਕੋਤਵਾਲ ਤੱਕ ਅੜਪ ਗਈ। ਦਰੋਗੇ ਨੂੰ ਹੁਕਮ ਦੇ ਕੇ ਧੱਕੇ ਨਾਲ ਚੁਕਵਾ ਲਿਆ, ਪਰ ਦੁੱਲੇ ਨੇ ਉਹਨਾਂ ਨੂੰ ਸਹੀ ਸਲਾਮਤ ਘਰ ਵਾਪਸ ਕਰਵਾਇਆ। ਸੁੰਦਰੀ ਮੁੰਦਰੀ ਦੀ ਮੰਗਣੀ ਹੋ ਚੁੱਕੀ ਸੀ, ਪਰ ਗਰੀਬ ਪਿਓ ਵੱਲੋਂ ਵਿਆਹ ਦੇ ਵਿੱਚ ਦੇਰੀ ਹੋ ਰਹੀ ਸੀ। ਦੁੱਲੇ ਤਾਈਂ ਪਹੁੰਚ ਕੀਤੀ ਗਈ। ਡਰ ਦੇ ਮਾਹੌਲ ਦੇ ਵਿੱਚ ਕੁੜੀਆਂ ਦੇ ਸਹੁਰੇ ਕਹਿਣ ਲੱਗੇ ਕਿ ਉਹ ਰਾਤ ਦੇ ਸਮੇਂ ਹੀ ਵਿਆਹੁਣ ਲਈ ਆ ਸਕਦੇ ਨੇ। ਪਿੰਡ ਤੋਂ ਬਾਹਰ ਜੰਗਲ ਦੇ ਵਿੱਚ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਦੇ ਵਿੱਚ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਸੀ, ਉਹਨਾਂ ਨੇ ਆਪਣੇ ਵੱਲੋਂ ਕੁਝ ਦਾਣੇ ਅਤੇ ਗੁੜ ਸ਼ੱਕਰ ਦੇ ਰੂਪ ਦੇ ਵਿੱਚ ਦਾਨ ਦਿੱਤਾ। ਦੁੱਲੇ ਕੋਲ ਦਾਨ ਦੇਣ ਦੇ ਲਈ ਸਿਰਫ 1 ਲੱਪ ਸ਼ੱਕਰ ਹੀ ਸੀ। ਕੁੜੀਆਂ ਦੀ ਡੋਲੀ ਤੋਰ ਦਿੱਤੀ। ਡੂਮਾ ਦੀ ਫਰਿਆਦ ਦੁੱਲੇ ਦੀ ਅਣਖ ਦਾ ਸਵਾਲ ਸੀ। ਲੋਹੜੀ ਦਾ ਤਿਉਹਾਰ ਦੀ ਸ਼ੁਰੂਆਤ ਸਾਡੇ ਸੱਭਿਆਚਾਰ ਦਾ ਅਨੁੱਠਾ ਹਿੱਸਾ ਬਣ ਗਈ, ਜਿੱਥੇ ਪੰਜਾਬ ਦੇ ਇਸ ਅਣਖੀਲੇ ਸਪੂਤ ਨੂੰ ਹਰ ਸਾਹ ਨਾਲ ਯਾਦ ਕੀਤਾ ਜਾਂਦਾ ਹੈ। ਸੁੰਦਰ ਸੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ ਹੋ। ਹਮਦਰਦ ਟੀਵੀ ਦੇ ਦਰਸ਼ਕਾਂ ਅਤੇ ਸਮੁੱਚੇ ਪੰਜਾਬੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ।